ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੋਤੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ ਤੇ ਨਿੱਘੀ ਜੀ ਆਇਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋ ਔਰ ਤੰਦਰੁਸਤੀ ਦੇ ਵਿੱਚ ਸਿਰਫ ਸਾਡਾ ਸਰੀਰ ਹੀ ਤੰਦਰੁਸਤ ਨਹੀਂ ਆਂਦਾ, ਸਾਡਾ ਦਿਲ ਵੀ ਆਂਦਾ ਹੈ, ਦਿਮਾਗ ਵੀ ਆਂਦਾ ਹੈ, ਅੱਖਾਂ, ਕੰਨ ਸਾਡੇ ਸਾਰੇ ਤੰਦਰੁਸਤ ਹੋਣੇ ਚਾਹੀਦੇ। ਯਾਨੀ ਕਿ ਸਭ ਤੋਂ ਵੱਡੀ ਗੱਲ ਹੈ ਸਾਡਾ ਦਿਮਾਗ, ਸਾਡੀ ਸੋਚ, ਉਹ ਸਾਡੀ ਤੰਦਰੁਸਤ ਹੋਣੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਮੈਂਟਲੀ ਤੰਦਰੁਸਤ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਅਸੀਂ ਫੈਮਿਲੀ ਨੂੰ ਵੀ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਵੀ ਖੁਸ਼ ਰੱਖ ਸਕਦੇ ਹਾਂ। ਸਾਨੂੰ ਇਹ ਵੀ ਪਤਾ ਹੁੰਦਾ ਕਿ ਅਸੀਂ ਕੀ ਕਰਨਾ ਹੈ, ਕੀ ਕਰਨਾ ਚਾਹੁੰਦੇ ਹਾਂ ਔਰ ਅਸੀਂ ਫੈਮਿਲੀ ਨੂੰ ਕਿੱਦਾਂ ਤੰਦਰੁਸਤ ਰੱਖਣਾ ਹੈ ਔਰ ਉਹਨਾਂ ਦਾ ਧਿਆਨ ਕਿੱਦਾਂ ਰੱਖਣਾ ਹੈ ਔਰ ਆਪਣੇ ਆਪ ਦਾ ਧਿਆਨ ਕਿੱਦਾਂ ਰੱਖਣਾ ਹੈ। ਸੋ ਆਪਣੇ ਆਪ ਨੂੰ ਸਮਝਣਾ, ਆਪਣੇ ਆਪ ਦੇ ਬਾਰੇ ਸੋਚਣਾ, ਆਪਣੇ ਆਪ ਨੂੰ ਪਿਆਰ ਕਰਨਾ, ਆਪਣੇ ਆਪ ਦਾ ਧਿਆਨ ਰੱਖਣਾ, ਆਪਣੇ ਆਪ ਨੂੰ ਟਾਈਮ ਦੇਣਾ, ਇਹ ਸਭ ਕੁਝ ਬਹੁਤ ਜ਼ਰੂਰੀ ਹੈ। ਸੋ ਮੈਂਟਲ ਹੈਲਥ ਨੂੰ ਹਮੇਸ਼ਾ ਅਸੀਂ ਇਗਨੋਰ ਕਰ ਦਿੰਦੇ ਹਾਂ, ਸਪੈਸ਼ਲੀ ਆਪਣੀ। ਅਸੀਂ ਹਰ ਤਰ੍ਹਾਂ ਦਾ ਟਾਰਚਰ ਸਹਿ ਲੈਂਦੇ ਹਾਂ। ਅਸੀਂ ਜਿਹੜੀ ਦਵਾਈ ਆਏ, ਮੈਡੀਸਨ ਆਏ, ਹਾਂ ਸਿਰ ਦਰਦ ਹੋ ਰਿਹਾ ਚਲੋ ਖਾ ਲਈਏ। ਅਸੀਂ ਕਦੀ ਇਹ ਨਹੀਂ ਸੋਚਦੇ ਕਿ ਸ਼ਾਇਦ ਮੇਰੀ ਬੋਡੀ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਜਾਂ ਮੈਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਜਿਹਨੂੰ ਮੈਂ ਪ੍ਰੋਪਰ ਤਰੀਕੇ ਨਾਲ ਕਿਸੇ ਥੈਰੇਪਿਸਟ ਨਾਲ ਮਿਲ ਕੇ ਡਿਸਕਸ ਕਰਾਂ ਜਾਂ ਕਿਸੇ ਡਾਕਟਰ ਨਾਲ ਮਿਲ ਕੇ ਡਿਸਕਸ ਕਰਾਂ, ਬਟ ਅਸੀਂ ਇਗਨੋਰ ਕਰ ਦਿੰਦੇ ਹਾਂ। ਸੋ ਇਗਨੋਰੈਂਸ ਜਿਹੜੀ ਹੈ ਕਦੀ ਨਾ ਕਦੀ ਸਾਡੇ ਲਈ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਨੂੰ ਵਧਾ ਦਿੰਦੀ ਹੈ। ਸੋ ਜੇ ਤੁਸੀਂ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੈਂਟਲ ਹੈਲਥ ਦੀ ਪ੍ਰੋਬਲਮ ਤੁਹਾਨੂੰ ਲੱਗ ਰਿਹਾ ਹੈ ਕਿ ਘਰ ਦਾ ਮਾਹੌਲ ਠੀਕ ਨਹੀਂ ਹੈ ਜਾਂ ਤੁਹਾਡੀ ਰਿਲੇਸ਼ਨਸ਼ਿਪ ਠੀਕ ਨਹੀਂ ਹੈ, ਤੁਸੀਂ ਆਪਣੇ ਆਪ ਨੂੰ ਬਹੁਤ ਸਟ੍ਰੈਸਫੁਲ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ, ਸੋ ਇਸ ਤਰ੍ਹਾਂ ਦੇ ਮੌਕੇ 'ਤੇ ਤੁਹਾਨੂੰ ਥੈਰੇਪਿਸਟ ਦੀ ਮਦਦ ਲੈਣੀ ਚਾਹੀਦੀ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਮੈਂ ਇੱਕ ਅਜਿਹੇ ਪ੍ਰੋਫੈਸ਼ਨਲ ਨੂੰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ, ਜਿਹੜੇ ਤੁਹਾਨੂੰ ਦੱਸਣਗੇ ਕਿ ਜੇ ਮੈਂਟਲ ਹੈਲਥ ਤੋਂ ਤੁਸੀਂ ਗੁਜ਼ਰ ਰਹੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਉਹਨਾਂ ਨੇ ਕਾਫੀ ਲੋਕਾਂ ਦੀ ਮਦਦ ਕੀਤੀ, ਕਾਫੀ ਵੂਮੈਨਸ ਦੀ ਵੀ ਮਦਦ ਕੀਤੀ ਜਿਹੜੀਆਂ ਕਿ ਆਪਣੀ ਆਇਡੈਂਟੀਟੀ ਖੋ ਚੁੱਕੀਆਂ ਸਨ, ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਕੀ ਕਰਨਾ ਚਾਹੀਦਾ ਹੈ ਔਰ ਮੈਂਟਲ ਹੈਲਥ ਦੇ ਉਸ ਦਰਦ ਤੋਂ ਉਹ ਗੁਜ਼ਰ ਰਹੀਆਂ ਸਨ। ਸੋ ਅਸੀਂ ਉਹਨਾਂ ਨਾਲ ਕਰਾਂਗੇ ਅੱਜ ਗੱਲਬਾਤ ਅਤੇ ਜਾਣਾਂਗੇ ਕਿ ਕਿੱਦਾਂ ਦੀ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੀਦਾ ਔਰ ਸਪੈਸ਼ਲੀ ਜਿਹੜਾ 21 ਡੇਜ਼ ਟੂ ਹੈਪੀਨੈਸ ਉਹਨਾਂ ਦੀ ਇੱਕ ਪ੍ਰੋਗਰਾਮ ਹੈ, ਉਹ ਕਿੱਦਾਂ ਉਹਦੇ ਵਿੱਚ ਤੁਸੀਂ ਐਨਰੋਲ ਕਰ ਸਕਦੇ ਹੋ ਔਰ ਐਕਚੁਅਲ 'ਚ ਉਹ ਪ੍ਰੋਗਰਾਮ ਹੈ ਕੀ। ਸੋ ਆਓ ਬਾਕੀ ਦੀ ਗੱਲਬਾਤ ਕਰਦੇ ਹਾਂ ਸਾਡੇ ਖਾਸ ਮਹਿਮਾਨ ਹੈਪੀ ਜੀ ਨਾਲ, ਜਿਹੜੇ ਕਿ ਇੱਕ ਥੈਰੇਪਿਸਟ ਹਨ। ਸੋ ਹੈਪੀ, ਵੈਲਕਮ ਟੂ ਦ ਸਟੂਡੀਓ। ਕੀ ਹਾਲ ਚਾਲ? ਬਹੁਤ ਵਧੀਆ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਬਹੁਤ ਵਧੀਆ ਲੱਗ ਰਿਹਾ ਸਾਨੂੰ ਵੀ ਤੁਹਾਡੇ ਨਾਲ ਮਿਲ ਕੇ। ਔਰ ਅਕਸਰ ਜਦੋਂ ਵੀ ਇੱਕ ਜਾਣਕਾਰ ਸ਼ਖਸੀਅਤ ਸਾਡੇ ਸਾਹਮਣੇ ਬੈਠੇ ਹੁੰਦੇ ਹਨ, ਸਾਨੂੰ ਤਾਂ ਵਧੀਆ ਲੱਗਦਾ ਹੀ ਹੈ ਗੱਲਾਂ ਕਰਕੇ, ਲੇਕਿਨ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਵੀ ਉਨਾ ਹੀ ਵਧੀਆ ਲੱਗਦਾ ਹੈ। ਥੈਂਕ ਯੂ ਸੋ ਮਚ ਵਾਂਸ ਅਗੇਨ ਫॉर ਹੈਵਿੰਗ ਮੀ। ਤੇ ਇੱਕ ਚੀਜ਼ ਹੁੰਦੀ ਹੈ ਕਿ ਇੱਕ ਤਾਂ ਹੁੰਦਾ ਕਿ ਆਪਾਂ ਕੋਈ ਕੰਮ ਕਰਦੇ ਹਾਂ ਤੇ ਇੱਕ ਹੁੰਦਾ ਉਸ ਕੰਮ ਨੂੰ ਜਦੋਂ ਸੋਸਾਇਟੀ ਦੇ ਵਿੱਚ ਜਿਹੜੇ ਤੁਹਾਡੇ ਵਰਗੇ ਹੈਗੇ ਨਾਮਵਰ ਉਹ ਸਪੋਰਟ ਕਰਦੇ ਨੇ ਔਰ ਅੱਗੋਂ ਇਹਨੂੰ ਬਾਕੀਆਂ ਦੇ ਵਿੱਚ ਪ੍ਰਮੋਟ ਕਰਦੇ ਨੇ। ਹਾਂਜੀ, ਇਹ ਜਿਹੜੀ ਸਪੋਰਟ ਹੈਗੀ ਹੈ ਨਾ, ਇਹ 21 ਡੇਜ਼ ਨੂੰ ਟੂ ਹੈਪੀਨੈਸ ਨੂੰ ਇਹ ਚਾਹੀਦੀ ਸੀ ਔਰ ਮਿਲ ਰਹੀ ਹੈ। ਔਰ ਜਿਵੇਂ ਤੁਸੀਂ ਰਾਈਟ ਨੂੰ ਸਪੋਰਟ ਕਰ ਰਹੇ ਹੋ, ਥੈਂਕ ਯੂ ਸੋ ਮਚ। ਕਿਉਂਕਿ 21 ਡੇਜ਼ ਟੂ ਹੈਪੀਨੈਸ ਬੇਸਿਕਲੀ ਜਿਵੇਂ ਤੁਸੀਂ ਕਿਹਾ, ਹਾਂਜੀ, ਜਿਹੜੀ ਸਾਡੀ ਮਾਨਸਿਕ ਸਿਹਤ ਹੈਗੀ ਹੈ ਹਾਂਜੀ, ਉਹਦੇ ਵਾਸਤੇ ਹੈ ਔਰ ਇਹ ਗੋਲਸ ਓਰੀਐਂਟਡ ਥੈਰੇਪੀ ਹੈ ਤੇ ਜਿਹਦੇ ਵਿੱਚ ਕਿ ਅਸੀਂ ਜਿਹੜੀਆਂ ਔਰਤਾਂ ਨੇ, ਬੱਚੇ ਨੇ, ਮਰਦ ਨੇ, ਕੋਈ ਵੀ ਇਨਸਾਨ ਜਿਹਨੂੰ ਮਦਦ ਦੀ ਲੋੜ ਹੈ ਉਹਨਾਂ ਦੀ ਅਸੀਂ ਮਦਦ ਕਰਦੇ ਹਾਂ। ਅਕਸਰ ਅਸੀਂ ਹੈਪੀ ਆਪਣਾ ਸਿਹਤ ਨੂੰ ਚੰਗਾ ਰੱਖਦੇ ਹਾਂ ਤਾਂ ਕਿ ਅਸੀਂ ਵਧੀਆ ਦਿਖੀਏ, ਕੱਪੜੇ ਪਾਏ ਹੋਏ ਵਧੀਆ ਲੱਗਣ, ਹੈ ਨਾ। ਅਸੀਂ ਸਰੀਰ ਨੂੰ ਸੰਵਾਰਦੇ ਰਹਿੰਦੇ ਹਾਂ, ਅਸੀਂ ਫੇਸ ਨੂੰ ਫੇਸ਼ੀਅਲ ਕਰਾਵਾਂਗੇ, ਮੇਕਅਪ ਕਰਾਂਗੇ ਜਾਂ ਮੈਨਸ ਵੀ ਵਧੀਆ ਬ੍ਰਾਂਡਸ ਪਾ ਲੈਂਦੇ ਆ ਨਾ, ਬਟ ਕਿਤੇ ਨਾ ਕਿਤੇ ਉਹ ਹੈਪੀਨੈਸ ਜਾਂ ਉਹ ਜਿਹੜੀ ਤੰਦਰੁਸਤੀ ਹੁੰਦੀ ਸਾਡੇ ਦਿਲ ਦੇ ਅੰਦਰ ਨਹੀਂ ਹੁੰਦੀ। ਦਿਲ ਤੋਂ ਅਸੀਂ ਖਾਲੀ ਹੁੰਦੇ ਹਾਂ। ਸਾਡੇ ਕੋਲ ਸਾਰਾ ਕੁਝ ਹੈਗਾ, ਸਾਡੇ ਕੋਲ ਪੈਸਾ ਹੈਗਾ, ਨਾਮ ਹੈਗਾ, ਦੌਲਤ ਹੈਗੀ ਹੈ, ਫੈਮਿਲੀ ਹੈਗੀ ਹੈ, ਰਿਸ਼ਤੇਦਾਰ ਹੈਗੇ ਆ, ਇੰਜੋਇਮੈਂਟ ਵੀ ਅਸੀਂ ਕਰ ਰਹੇ ਹਾਂ, ਚੰਗਾ ਖਾਣਾ ਪੀਣਾ ਵੀ ਖਾ ਰਹੇ ਹਾਂ, ਕਮਾ ਵੀ ਰਹੇ ਹਾਂ, ਬਟ ਸਟਿਲ ਕਦੀ ਅਸੀਂ ਜਦੋਂ ਇਕੱਲੇ ਬੈਠਦੇ ਹਾਂ ਤਾਂ ਅਸੀਂ ਉਹ ਇੱਕ ਖਾਲੀ ਪੰਜਾ ਮਹਿਸੂਸ ਕਰਦੇ ਹਾਂ ਦਿਲੋਂ। ਉਹਦਾ ਕੀ ਰੀਜ਼ਨ ਹੁੰਦਾ? ਵੈਰੀ ਗੁੱਡ ਕੁਐਸਚਨ। ਉਹ ਇਸ ਵਾਸਤੇ ਕਿ ਜਿਸ ਵੇਲੇ ਆਪਾਂ ਬਾਕੀ ਸਾਰਾ ਕੁਝ ਕਰਦੇ ਪਏ ਆ ਨਾ, ਉਸ ਵੇਲੇ ਆਪਾਂ ਇਹ ਭੁੱਲ ਗਏ ਕਿ ਜਿਹੜਾ ਇਹ ਇਨਸਾਨ ਸਾਰਾ ਕੁਝ ਕਰਦਾ ਪਿਆ ਉਹ ਇਨਸਾਨ ਕੀ ਚਾਹੁੰਦਾ ਆ। ਮੋਸਟ ਆਫ ਦ ਵੂਮਨ ਦੇ ਫੀਲ ਵੈਰੀ ਹੈਪੀ। ਉਹ ਇਹ ਸੋਚਦੀਆਂ ਨੇ ਕਿ ਵਾਓ, ਮੈਂ ਨਾ ਆਪਣੀਆਂ ਖੁਆਇਸ਼ਾਂ ਮਾਰ ਦਿੱਤੀਆਂ, ਮੈਂ ਮਦਰ ਇੰਡੀਆ ਬਣ ਗਈ, ਜਾਂ ਮੈਂ ਚੀਜ਼ਾਂ ਕਰਨੀਆਂ ਸੀ ਪਰ ਬੱਚਿਆਂ ਦੇ ਕਰਕੇ ਮੈਂ ਨਹੀਂ ਕੀਤੀਆਂ, ਨਾਓ ਮੈਨੂੰ ਵਧੀਆ ਫੀਲ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਇੱਕ ਡਿਊਟੀ ਨਿਭਾ ਰਹੀ ਹਾਂ। ਐਗਜ਼ੈਕਟਲੀ, ਇੱਕ ਚੀਜ਼ ਹੁੰਦੀ ਹੈ ਡਿਊਟੀ ਨਿਭਾਉਣੀ, ਇੱਕ ਚੀਜ਼ ਹੁੰਦੀ ਹੈ ਮਨ ਤੋਂ ਖੁਸ਼ ਹੋ ਕੇ ਕਰਨਾ। ਜਦੋਂ ਅਸੀਂ ਸਿਰਫ ਡਿਊਟੀਆਂ ਨਿਭਾਉਣ ਵਿੱਚ ਲੱਗ ਜਾਂਦੇ ਹਾਂ
ਜਦੋਂ ਅਸੀਂ ਆਪਣੇ ਮਨ ਦੀ ਖੁਸ਼ੀ ਨੂੰ ਨਹੀਂ ਦੇਖਦੇ, ਆਤਮ ਪ੍ਰਸੰਨਤਾ ਨੂੰ ਨਹੀਂ ਦੇਖਦੇ, ਉਦੋਂ ਆਪਾਂ ਉਹ ਖਾਲੀਪਨ ਮਹਿਸੂਸ ਕਰਦੇ ਹਾਂ। ਇਹ ਵੀ ਐਕਚੁਅਲੀ ਬਹੁਤ ਵਧੀਆ ਗੱਲ ਹੈ, ਜਿਵੇਂ ਤੁਸੀਂ ਕਿਹਾ ਕਿ ਆਪਾਂ ਇਹ ਸਾਰਾ ਕੁਝ ਕਰਕੇ ਜਦੋਂ ਵਿਹਲੇ ਬੈਠ ਕੇ ਸੋਚਦੇ ਹਾਂ, ਹਾਂ ਐਕਚੁਅਲੀ ਬਹੁਤ ਸਾਰੇ ਲੋਕ ਉਸ ਪੁਆਇੰਟ ਤੱਕ ਜਾਣਾ ਪਸੰਦ ਹੀ ਨਹੀਂ ਕਰਦੇ। ਉਹ ਡਰ ਜਾਂਦੇ ਨੇ ਇਹ ਸੋਚ ਕੇ ਕਿ ਜਿਸ ਵੇਲੇ ਉਹ ਇਕੱਲੇ ਬੈਠੇ ਹੋਣਗੇ ਉਸ ਵੇਲੇ ਕੀ ਸੋਚਾਂ ਹੋਣਗੀਆਂ। ਜਿਹੜਾ ਇਹ ਡਰ ਹੈਗਾ ਆ, ਐਕਚੁਅਲੀ ਇਹ ਡਰ ਸਾਡੇ ਅੰਦਰ ਇਹੋ ਜਿਹਾ ਇੱਕ ਭੈ ਲੈ ਆਉਂਦਾ ਹੈ, ਜਿਹਨੂੰ ਆਪਾਂ ਐਂਗਜ਼ਾਇਟੀ ਵੀ ਕਹਿ ਦਿੰਦੇ ਹਾਂ। ਔਰ ਉਹ ਹੁੰਦਾ ਕਿ ਜਿਸ ਵੇਲੇ ਮਹਿਸੂਸ ਹੁੰਦਾ ਕਿ ਭੀੜ ਪਾਸੇ ਹੋ ਗਈ, ਉਹ ਇਕੱਲੇ ਰਹਿ ਨਹੀਂ ਸਕਦੇ। ਆਈਦਰ ਦੇ ਹੈਵ ਟੂ ਬੀ ਲਾਊਡ ਮਿਊਜ਼ਿਕ, ਜਾਂ ਟੀਵੀ ਚੱਲਦਾ ਰਹੇ, ਟੀਵੀ ਤੇ ਸ਼ੋਅ ਚੱਲਦੇ ਰਹਿਣ, ਯਾ ਉਹ ਸਾਰਾ ਫਿਰ ਉੱਥੋਂ ਆਉਂਦਾ ਹੈ। ਔਰ ਉਹਦੀ ਜਿਹੜੀ ਜੜ ਹੈਗੀ ਹੈ, ਆਪਾਂ ਅਵੋਇਡ ਕਰਨ ਵਾਸਤੇ ਆਪਾਂ ਟੀਵੀ ਦਾ ਦੇਖ ਲਾਂਗੇ, ਉਹਦੇ ਨਾਲ ਮਾਈਗ੍ਰੇਨ ਸ਼ੁਰੂ ਹੋ ਜਾਣਗੇ। ਪਰ ਜੇ ਆਪਾਂ ਜਾਵਾਂਗੇ ਕਿ ਹੋ ਕਿਉਂ ਰਿਹਾ ਹੈ, what exactly is going on, ਹਾਂਜੀ, ਉਦੋਂ ਅਸੀਂ ਉਹਦਾ ਫਿਰ ਹੱਲ ਕਰ ਸਕਦੇ ਹਾਂ। ਸੋ ਜਿਹੜੀ ਵੀ ਕੋਈ ਪ੍ਰੋਬਲਮ ਸਾਡੇ ਆਲੇ ਦੁਆਲੇ ਚੱਲ ਰਹੀ ਹੈ, ਸਾਡੇ ਕੋਲ ਚੱਲ ਰਹੀ ਹੈ, ਭਾਵੇਂ ਉਹ ਸਰੀਰਕ ਹੈ ਭਾਵੇਂ ਕੋਈ ਵੀ ਹੈ, ਉਹਨਾਂ ਸਭ ਦਾ ਜਿਹੜਾ ਹੈਗਾ ਨਾ ਸਟਾਰਟ, ਉਹ ਸਾਡੇ ਅੰਦਰੋਂ ਹੁੰਦਾ, ਸਾਡੇ ਮਨ ਤੋਂ ਹੁੰਦਾ। ਔਰ ਇਸ ਵਾਸਤੇ ਕੋਈ ਪ੍ਰੋਬਲਮ ਆਵੇ, ਸਾਨੂੰ ਸਭ ਤੋਂ ਪਹਿਲਾਂ ਲਿਟਰਲੀ ਹਰ ਚੀਜ਼ ਛੱਡ ਕੇ, ਜੇ ਹੋਰ ਕੁਝ ਨਾ ਕਰ ਸਕਦੇ, ਚੌਂਕੜੀ ਮਾਰ ਕੇ ਬੈਠ ਜਾਓ, ਅੱਖਾਂ ਬੰਦ ਕਰਕੇ ਸੋਚੋ ਕਿ ਓਕੇ ਚੱਲ ਕੀ ਰਿਹਾ ਹੈ, ਜਾਂ ਮੈਂ ਕੀ ਚਾਹੁੰਦੀ ਆ, ਮੈਂ ਕੀ ਚਾਹੁੰਦਾ ਆ। ਦ ਮੋਮੈਂਟ ਆਪਾਂ ਐਵੇਂ ਚੀਜ਼ ਨੂੰ ਸੋਚਣ ਲੱਗ ਪੈਂਦੇ ਹਾਂ, ਜਿਹੜੀਆਂ ਪ੍ਰੋਬਲਮਸ ਨੇ, ਜਿਹੜੀਆਂ ਉਹ ਗੱਲਾਂ ਨੇ, ਉਹ ਰਿਜ਼ੋਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪਰ ਕਈ ਵਾਰੀ ਅਸੀਂ ਜੋ ਚਾਹੁੰਦੇ ਆ ਉਹ ਅਸੀਂ ਕਰਨਾ ਵੀ ਚਾਹੁੰਦੇ ਆ। ਮੰਨ ਲਓ ਸਪੋਜ਼ ਜੇ ਮੈਂ ਕਿਸੇ ਵੀ ਡਾਇਰੈਕਸ਼ਨ 'ਚ ਜਾਣਾ ਚਾਹੁੰਦੀ ਆ, ਜਾਂ ਕੋਈ ਮੈਂ ਆਪਣੇ ਪਸੰਦੀਦਾ ਕੰਮ ਕਰਨਾ ਚਾਹੁੰਦੀ ਆ ਜਿਹੜੀ ਮੇਰੀ ਰੂਹ ਨੂੰ ਖੁਸ਼ੀ ਕਰ ਦਿੰਦਾ ਹੈ, ਰਾਈਟ, ਬਟ ਮੈਨੂੰ ਪਤਾ ਕਿ ਜੇ ਮੈਂ ਉਸ ਕੰਮ ਵੱਲ ਜਾਂਦੀ ਆ ਤੇ ਮੇਰੀ ਫੈਮਿਲੀ ਖਰਾਬ ਹੋ ਜਾਊਗੀ, ਜਾਂ ਮੈਂ ਆਪਣੀ ਫੈਮਿਲੀ ਤੋਂ ਦੂਰ ਹੋ ਸਕਦੀ ਆ, ਤੇ ਨਾ ਚਾਹ ਕੇ ਵੀ ਤੁਸੀਂ ਕੁਝ ਨਹੀਂ ਕਰ ਸਕਦੇ, ਜਾਂ ਚਾਹ ਕੇ ਵੀ ਤੁਸੀਂ ਕੁਝ ਨਹੀਂ ਕਰ ਸਕਦੇ, ਹੈ ਨਾ। ਉਹ ਔਰ ਫਿਰ ਉਹਦੀ ਵਜ੍ਹਾ ਨਾਲ ਹੀ ਤੁਸੀਂ ਇਕੱਲਾਪਨ ਮਹਿਸੂਸ ਕਰਦੇ ਹੋ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇੱਕ ਇਨਸਾਨ ਨੂੰ ਕੀ ਕਰਨਾ ਚਾਹੀਦਾ? ਸੋ ਜਿਹੜਾ ਤੁਸੀਂ ਇਹ ਹੁਣ ਗੱਲ ਕੀਤੀ ਆ, ਇਸ ਗੱਲ ਨੂੰ ਜੇ ਆਪਾਂ ਬ੍ਰੇਕ ਡਾਊਨ ਕਰੀਏ, ਹਾਂਜੀ, ਇਹਦੀ ਬ੍ਰੇਕ ਡਾਊਨ ਕਰਦੇ ਕਰਦੇ ਸਭ ਤੋਂ ਪਹਿਲੀ ਚੀਜ਼ ਇਹ ਆਉਂਦੀ ਹੈ ਕਿ ਆਪਾਂ ਕਰਨਾ ਤਾਂ ਚਾਹੁੰਦੇ ਆ, ਪਰ ਕਰ ਪਾ ਨਹੀਂ ਰਹੇ। Okay, so what exactly is going on over here? ਜਿਹੜੀ ਇਹ ਪ੍ਰੋਬਲਮ ਆ, ਇਹ ਪ੍ਰੋਬਲਮ ਬਹੁਤ ਲਾਈਕ ਪਿੱਛੇ ਤੱਕ ਜਾਂਦੀ ਪਈ ਹੈ। ਵੱਡੇ ਤੁਸੀਂ ਕਿਵੇਂ ਹੋਏ ਹੋ, ਤੁਹਾਡੀ ਅਪਬ੍ਰਿੰਗਿੰਗ ਕਿਵੇਂ ਦੀ ਸੀ, ਘਰ ਦੇ ਵਿੱਚ ਜਿਹੜਾ ਫਾਦਰ ਸੀ ਉਹਦੀ ਕਿੰਨੀ ਕੁ ਜ਼ਿਆਦਾ ਸਹੀ ਸੀਗੀ, ਮਾਂ ਜਿਹੜੀ ਸੀ ਉਹਦਾ ਬਿਹੇਵੀਅਰ ਕਿਹੋ ਜਿਹਾ ਸੀ, ਕੀ ਜਿਹੜਾ ਉਹ ਬੱਚਾ ਸੀ ਬਾਕੀਆਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਸੀ, ਜੇ ਉਹ ਬੱਚਾ ਨਿੱਕੇ ਹੁੰਦੇ ਆਨਵਰਡਸ ਬਾਕੀਆਂ ਨੂੰ ਸਿਰਫ ਖੁਸ਼ ਕਰਨ ਤੇ ਲੱਗਿਆ ਹੋਇਆ, ਫਿਰ ਉਹਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਉਹਨੇ ਆਪਣੇ ਆਪ ਨੂੰ ਕਿੱਦਾਂ ਖੁਸ਼ ਕਰਨਾ, ਰਾਈਟ। ਔਰ ਮੈਜੋਰਿਟੀ ਜਿਹੜੀਆਂ ਕੁੜੀਆਂ ਨੇ, ਉਹ ਜਦੋਂ ਵੱਡੀਆਂ ਹੋ ਰਹੀਆਂ ਹੁੰਦੀਆਂ, ਕਿਵੇਂ ਵੱਡੀਆਂ ਕਰਦੇ ਆ, ਆਹ ਛੋਟਾ ਭਰਾ ਆ, ਇਹਦੀ ਦੂਜੀ ਮਾਂ ਆ, ਹਾਂ, ਇਹਨੇ ਉਹ ਹੁਣ ਪਿੱਛੇ ਲਾਈਨ ਲੱਗੀ ਹੋਈ ਭੈਣ ਭਰਾਵਾਂ ਦੀ, ਉਹਨੂੰ ਬਾਹਰ ਭੇਜਣਾ, ਕੈਨੇਡਾ ਭੇਜ ਦੋ, ਹਾਂ, ਜਾਂ ਤੂੰ ਵਿਆਹ ਕਰ ਲੈ ਜਲਦੀ, ਐਗਜ਼ੈਕਟਲੀ ਤੇਰਾ ਵਿਆਹ ਕਰਦੇ ਆ। ਐਬਸੋਲੂਟਲੀ। ਜਦੋਂ ਉਹ ਕੁੜੀ ਕੈਨੇਡਾ ਆ ਗਈ, ਜਦੋਂ ਉਹਨੂੰ ਇਹ ਪਤਾ ਹੈਗਾ ਕਿ ਪਿੱਛੇ ਕਿਸੇ ਨੇ ਹੈਲਪ ਨਹੀਂ ਕਰਨੀ, ਪਰ ਉਹ ਤੋਂ ਐਕਸਪੈਕਟੇਸ਼ਨਸ ਬਹੁਤ ਨੇ, ਕਿਉਂਕਿ ਉਹ ਚੰਗੀ ਬੱਚੀ ਬਣਨੀ ਹੈ, ਚੰਗੀ ਕੁੜੀ ਬਣਨੀ ਹੈ, ਤਾਂ ਕਿ ਬਾਕੀ ਸਾਰੇ ਕਹਿਣਗੇ ਦੇਖੋ ਦੇਖੋ ਉਹਦੇ ਵੱਲ ਦੇਖੋ। ਹਾਂ, ਜਿਹੜਾ ਇਹ ਪੈਡੈਸਟਲ ਤੇ ਰੱਖਣਾ ਹੁੰਦਾ ਆ, ਇਹ ਬੇਸਿਕਲੀ ਜਦੋਂ ਆਪਾਂ ਕਿਸੇ ਨੂੰ ਪੈਡੈਸਟਲ ਤੇ ਰੱਖ ਦਿੰਦੇ ਆ, ਉਦੋਂ ਉਹਦੇ ਪਰ ਖੰਭ ਕੱਟ ਦਿੰਦੇ ਆ। ਜਦੋਂ ਖੰਭ ਕੱਟੇ ਗਏ, ਫਿਰ ਜੋ ਮਰਜ਼ੀ ਤੁਸੀਂ ਕਰਨਾ ਚਾਹੋ, ਤੁਸੀਂ ਕੁਝ ਨਹੀਂ ਕਰ ਸਕਦੇ। ਔਰ ਉਹ ਵੀ ਨਹੀਂ ਕਰ ਪਾਏਗੀ ਕਿਉਂਕਿ ਉਸ ਦਾਇਰੇ 'ਚ ਕੈਦ ਹੈ, ਰਾਈਟ, ਐਗਜ਼ੈਕਟਲੀ। ਉਹਨੂੰ ਲੱਗਦਾ ਕਿ ਜੇ ਮੈਂ ਕੁਝ ਆਪਣੀ ਮਰਜ਼ੀ ਦਾ ਕੀਤਾ ਆਊਟ ਆਫ ਰੇਂਜ ਜਾ ਕੇ, ਸੋ ਮੈਨੂੰ ਹਰ ਕੋਈ ਬੁਰਾ ਭਲਾ ਕਹੂਗਾ, ਐਬਸੋਲੂਟਲੀ, ਸੋ ਮੇਰੀ ਇਮੇਜ ਖਰਾਬ ਹੋ ਜਾਊਗੀ, ਜਾਂ ਮੈਂ ਇਮੇਜ ਖਰਾਬ ਕਰ ਦੂੰਗੀ ਆਪਣੀ ਫੈਮਿਲੀ ਦੀ। ਇਹ ਆ ਗਿਆ ਕੌਨਫੀਡੈਂਸ, ਸੈਲਫ ਵਰਥ। ਕਿਉਂਕਿ ਸੈਲਫ ਵਰਥ ਆਪਾਂ ਲੈਂਦੇ ਪਏ ਆ ਕਿ ਬਾਹਰ ਦੁਨੀਆ ਜੋ ਕਹਿੰਦੀ ਪਈ ਹੈ, ਆਪਾਂ ਉਹਦੇ ਨਾਲ ਚੱਲਦੇ ਪਏ ਆ, ਅਸੀਂ ਆਪਦੇ ਆਪ ਨੂੰ ਆਪ ਨਹੀਂ ਜਾਣਦੇ ਪਏ। ਸੋ ਵਾਂਸ ਅਗੇਨ ਸਾਡੀ ਚਾਈਲਡਹੁੱਡ ਦੀ ਗੱਲ ਜਾਂਦੀ ਪਈ ਹੈ ਕਿ ਆਪਾਂ ਰੇਸ ਕਿੱਦਾਂ ਕੀਤੇ ਗਏ ਸੀ। ਘਰ ਦੇ ਵਿੱਚ ਜਿਹੜਾ ਬਾਪ ਹੁੰਦਾ ਆ, ਉਹ ਸਾਨੂੰ ਕੌਨਫੀਡੈਂਸ ਦਿੰਦਾ ਹੈ, ਉਹ ਸਾਨੂੰ ਵੈਲਿਊਜ਼ ਸਿਖਾਉਂਦਾ ਹੈ। ਜਿਹੜੀ ਮਾਂ ਹੁੰਦੀ ਹੈ, ਉਹ ਸਾਨੂੰ ਬਾਕੀ ਚੀਜ਼ਾਂ ਸਿਖਾਉਂਦੀ ਹੈ। ਹੁਣ ਜੇ ਓਕੇ, ਬਹੁਤੇ ਇੰਡੀਅਨ ਘਰਾਂ ਦੇ ਵਿੱਚ ਜਿਹੜਾ ਬਾਪ ਹੈਗਾ ਆ, ਉਹਦਾ ਆਪਣੀ ਬੱਚੀ ਦੇ ਨਾਲ, ਮੇਰਾ ਇਹ ਬਹੁਤੀਆਂ ਗੱਲਾਂ ਦੇ ਵਿੱਚ ਮੇਰਾ ਨਾ ਫੋਕਸ ਰਹੇਗਾ ਲੜਕੀ ਦੇ ਵਾਲੇ ਪਾਸੇ, ਕਿਉਂਕਿ ਜਿਹੜੀ ਲੜਕੀ ਹੁੰਦੀ ਹੈ ਉਹ ਪਰਿਵਾਰ ਨੂੰ ਬਣਾਉਂਦੀ ਹੈ, ਅੱਗੇ ਤੋਰਦੀ ਹੈ। ਜਿਹੜਾ ਬੰਦਾ ਹੈਗਾ ਆ, ਉਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ। ਇੱਕ ਤੇ ਇਹ ਕਿ ਉਹ ਬਹੁਤਾ ਟਾਈਮ
ਪ੍ਰੈਜ਼ੈਂਟ ਨਹੀਂ ਹੁੰਦਾ। ਦੂਜਾ ਇਹ ਹੁੰਦਾ ਕਿ ਜਿਹੜੇ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਦੇ ਐਕਚੁਅਲੀ ਬਚਪਨ ਦੇ ਵਿੱਚ ਨਾ ਉਹਦੇ ਮਾਂ ਜਾਂ ਬਾਪ ਨੇ ਕੰਨ 'ਚ ਫੂਕ ਮਾਰਤੀ ਹੁੰਦੀ ਹੈ ਕਿ ਤੂੰ ਸਪੈਸ਼ਲ ਹੈ, ਤੇ ਉਹ ਮੰਨ ਗਏ ਹੁੰਦੇ ਆ। ਹਾਂ ਠੀਕ ਹੈ ਨਾ। या अक्सर आदमी ने अपने आप 'ਚ ਇੱਕ ਸੁਪੀਰੀਅਰਿਟੀ ਕੰਪਲੈਕਸ ਕਹਿ ਲਓ, ਜਾਂ ਉਹਨਾਂ ਦੀ ਇੱਕ ਸੋਚ ਬਚਪਨ ਤੋਂ ਬਣਾ ਦਿੱਤੀ ਗਈ ਹੁੰਦੀ ਹੈ ਕਿ ਤੂੰ ਮੁੰਡਾ ਹੈ ਘਰ ਦਾ, ਵੀ ਤੂੰ ਸਪੈਸ਼ਲ ਮਤਲਬ ਹਾਂ ਤੂੰ ਸਪੈਸ਼ਲ ਹੈ Yeah. ਔਰ ਤੈਨੂੰ ਸਾਰਾ ਕੁਝ ਕੀਤਾ ਕਰਾਇਆ ਮਿਲੇਗਾ, ਤੈਨੂੰ ਕੰਮ ਕਰਨ ਦੀ ਲੋੜ ਨਹੀਂ, ਇਵਨ ਤੈਨੂੰ Yeah. ਪਾਣੀ ਵੀ ਲੈਣ ਦੀ ਲੋੜ ਨਹੀਂ। ਐਗਜ਼ੈਕਟਲੀ ਹੈ ਨਾ। ਔਰ Exactly. ਇਵਨ ਤੁਸੀਂ ਦੇਖੋ ਹੁਣ ਦੇ ਟਾਈਮ 'ਚ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੈ ਉਹ ਉਸ ਤਰ੍ਹਾਂ ਹੀ ਚੱਲ ਰਹੇ ਹਜੇ ਪੁਰਾਣੇ ਟਾਈਮ ਦੇ Yeah. ਹਿਸਾਬ ਨਾਲ ਹੀ Exactly. ਕਿ ਜਦੋਂ ਘਰ 'ਚ ਉਹਨਾਂ ਦਾ ਬੇਟਾ ਆਂਦਾ ਹੈ ਜਾਂ ਉਹਨਾਂ ਦੇ ਜਵਾਈ ਆਂਦਾ ਹੈ ਨਾ, ਚਲੋ ਜਵਾਈ ਨਾਲ ਤਾਂ ਬੰਦਾ ਸਪੈਸ਼ਲ ਕਰਦਾ ਹੀ ਹੈ, ਪਰ ਜਦੋਂ ਆਪਣਾ ਹੀ ਬੇਟਾ ਆਂਦਾ ਹੈ ਤਾਂ ਸਪੈਸ਼ਲੀ ਉਹ ਬਜ਼ੁਰਗ ਜਿਹੜੇ ਹੁੰਦੇ ਦਾਦੀ ਨਾਨੀ ਜੋ ਵੀ ਘਰ 'ਚ ਹੁੰਦੇ ਉਹ ਜਾ ਕੇ ਸਪੈਸ਼ਲੀ ਪੁੱਛਣਗੇ ਪੁੱਤ ਪਾਣੀ ਲਿਆਵਾਂ ਤੇ ਲੈ ਪਾਣੀ ਪੀਣਾ, ਉਹ ਸਪੈਸ਼ਲੀ ਪਾਣੀ ਦੇਣ ਜਾਣਗੇ ਉਹਨੂੰ। ਮੈਂ ਦੇਖਿਆ ਕਈ ਘਰਾਂ 'ਚ ਏਦਾਂ ਵੀ ਹਜੇ ਵੀ ਹੈ ਨਾ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਸਪੈਸ਼ਲ ਮਹਿਸੂਸ ਕੀਤਾ ਕਰਵਾਇਆ ਜਾਂਦਾ ਹੈ ਕਿ ਤੂੰ ਬਹੁਤ ਜ਼ਿਆਦਾ ਕਾਮਾ ਮੁੰਡਾ ਹੈ, ਬਾਕੀ ਤਾਂ ਸਾਰੇ ਬੇਕਾਰ ਬੈਠੇ ਜਨਾਨੀਆਂ ਘਰ 'ਚ। ਐਗਜ਼ੈਕਟਲੀ ਜਿਹੜੀ ਇਹ ਹੈਗੀ ਹੈ ਮੈਂਟੈਲਿਟੀ, ਆਪਾਂ ਨੂੰ ਇਹ ਮੈਂਟੈਲਿਟੀ, ਅਸੀਂ ਪਿਛਲਿਆਂ ਦੀ ਮੈਂਟੈਲਿਟੀ ਚੇਂਜ ਨਹੀਂ ਕਰ ਸਕਦੇ, ਹਾਂਜੀ ਅਸੀਂ ਆਉਂਦੀ ਜਨਰੇਸ਼ਨ ਚੇਂਜ ਕਰ ਕਰ ਸਕਦੇ ਹਾਂ। ਸਕਦੇ ਹਾਂ। ਯਾ ਸੋ ਮੇਰਾ ਜਿਹੜਾ ਫੋਕਸ ਹੈਗਾ 21 ਡੇਜ਼ ਟੂ ਹੈਪੀਨੈਸ ਦਾ, ਉਹ ਇਹੀ ਹੈ ਕਿ ਜਿਹੜੀ ਜੋ ਪਿੱਛੇ ਲੰਘ ਗਿਆ ਹਾਂਜੀ ਅਸੀਂ ਉਹ ਨਹੀਂ ਬਦਲ ਸਕਦੇ, ਪਰ ਜੋ ਹੁਣ ਚੱਲ ਰਿਹਾ ਹੈ ਲੈਟਸ ਸਟਾਰਟ ਫਿਕਸਿੰਗ ਰਾਈਟ ਨਾਓ। ਜੇ ਆਪਾਂ ਅੱਜ ਨੂੰ ਫਿਕਸ ਕਰ ਦਵਾਂਗੇ ਫਿਊਚਰ ਆਪੇ ਫਿਕਸ ਹੋ ਜਾਣਾ। ਬਿਲਕੁਲ ਠੀਕ ਹੈ ਨਾ। ਹੁਣ ਫਿਕਸ ਕਿੱਦਾਂ ਕਰਨਾ? ਫਿਕਸ ਆਪਾਂ ਕਰਨਾ ਹੁੰਦਾ one by one, one step at a time। ਜਿਵੇਂ 21 ਡੇਜ਼ ਟੂ ਹੈਪੀਨੈਸ ਤੁਸੀਂ ਪਹਿਲਾਂ ਵੀ ਗੱਲ ਕਰਦੇ ਪਏ ਸੀ ਕਿ 21 ਡੇਜ਼ ਟੂ ਹੈਪੀਨੈਸ ਕੀ ਹੈ। ਯਾ ਹੈ ਕੀ ਹੈ। ਯਾ ਸੋ ਇਹਦੇ ਵਿੱਚ ਆ ਜਾਂਦਾ ਹੈ ਹੈਪੀਨੈਸ ਵਰਡ ਹੋ ਗਿਆ, ਮੇਰਾ ਨਾਮ ਹੈ ਹੈਪੀ, ਹੈਪੀ ਢੀਂਡਸਾ। ਸੋ ਉਹਨੂੰ ਮੈਂ ਕੀਤਾ ਸੀ ਕਿ ਜਿੰਨੀ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈਗਾ, ਹਾਂਜੀ। ਜਿੰਨੀ ਮੇਰੀ ਨੌਲੇਜ ਆ, ਜੋ ਕੁਝ ਮੈਂ ਸਿੱਖਿਆ, ਉਹਨੂੰ ਲਿਟਰਲੀ ਮੈਂ ਉਹਦਾ ਤੱਤਸਾਰ ਬਣਾ ਕੇ ਨਾ ਮੈਂ ਕੋਸ਼ਿਸ਼ ਕਰਦੀ ਹਾਂ ਕਿ ਬਾਕੀ ਹਰ ਕਿਸੇ ਦੇ ਕੋਲ ਜਾਵੇ, ਤਾਂ ਕਿ ਜਿਹੜੀਆਂ ਮੁਸ਼ਕਲਾਂ ਮੈਨੂੰ ਆਈਆਂ, ਜਿਹੜੀਆਂ ਔਖਾਈਆਂ ਚੋਂ ਮੈਂ ਲੰਘੀਆਂ, ਉਹ ਮੇਰੀ ਨਾ ਤਾਂ ਕੋਈ ਹੋਰ ਭੈਣ ਲੰਘੇ, ਨਾ ਕੋਈ ਭਰਾ ਲੰਘੇ, ਨਾ ਕੋਈ ਬੱਚਾ ਲੰਘੇ। ਠੀਕ ਹੈ ਨਾ। ਯਾ ਅਗਰ ਮੈਂ ਇਸ ਕੰਮ ਵਿੱਚ ਸਕਸੈਸਫੁਲ ਹੋ ਜਾਂਦੀ ਹਾਂ ਤੇ ਮੈਨੂੰ ਲੱਗੂਗਾ ਮੇਰਾ ਲਾਈਫ ਦਾ ਪਰਪਸ ਐਕਚੁਅਲੀ ਕੰਪਲੀਟ ਹੋ ਗਿਆ। ਸੋ ਹੈਪੀਨੈਸ ਤਾਂ ਇਹ ਸੀ। ਓਕੇ 21 ਡੇਜ਼ ਟੂ ਹੁਣ ਕੀ ਹੈ? ਕੋਈ ਇੱਕ ਆਦਤ ਸਾਨੂੰ ਚੇਂਜ ਕਰਦੇ ਆ ਜਾਂ ਨਵੀਂ ਬਣਾਉਂਦੇ ਆ 21 ਦਿਨ ਲੱਗਦੇ ਆ। ਸਿਰਫ 21 ਦਿਨਾਂ ਦੇ ਵਿੱਚ ਅਸੀਂ ਇੱਕ ਨਵੀਂ ਆਦਤ ਸਿੱਖ ਸਕਦੇ ਹਾਂ। ਕਰਨਾ ਕੀ ਹੁੰਦਾ ਹੈ ਕਿ ਅਸੀਂ ਰਿਪੀਟ ਕਰਨੀ ਹੈ 21 ਦਿਨ ਬਿਨਾਂ ਤੋੜਿਆਂ। ਅਗਰ ਉਹ ਆਦਤ ਰਿਪੀਟ ਹੁੰਦੀ ਹੈ ਸਾਡੀ ਉਹ ਆਦਤ ਹਮੇਸ਼ਾ ਲਈ ਪੱਕੀ ਹੋ ਜਾਂਦੀ ਹੈ। ਓਕੇ ਠੀਕ ਹੈ। ਪਰ ਉਹ ਕਿਵੇਂ ਕਰਨਾ, ਅਕਾਊਂਟੇਬਿਲਿਟੀ, ਉਹ ਸਾਰਾ ਮੈਂ ਆਪਾਂ ਲੇਟਰ ਔਨ ਦੀ ਗੱਲ ਕਰਦੇ ਹਾਂ। ਯਾ ਪਰ ਸੋ ਜਦੋਂ 21 ਦਿਨ ਸਾਡੇ ਕੋਲ ਸਿਰਫ ਹੁੰਦੇ ਨੇ ਜਿਹਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਚੇਂਜ ਕਰ ਸਕਦੇ ਹਾਂ ਇੱਕ ਇੱਕ ਆਦਤ ਕਰਕੇ, ਤਾਂ ਫਿਰ ਆਫ ਕੋਰਸ 21 ਦਿਨਾਂ ਦੇ ਵਿੱਚ ਅਸੀਂ ਆਤਮ ਪ੍ਰਸੰਨਤਾ ਵੱਲ ਨੂੰ ਜਾ ਸਕਦੇ ਹਾਂ। ਸੋ ਦੈਟਸ 21 ਡੇਜ਼ ਟੂ ਹੈਪੀਨੈਸ ਕਿ 21 ਦਿਨਾਂ ਵਿੱਚ ਤੁਸੀਂ ਆਤਮ ਪ੍ਰਸੰਨਤਾ ਕਿਵੇਂ ਹਾਸਲ ਕਰਨੀ ਹੈ। ਓਕੇ ਸੋ ਉਹਦੇ ਲਈ ਤੁਸੀਂ ਕਿੱਦਾਂ ਸੈਟਿੰਗਸ ਦਿੰਦੇ ਹੋ ਔਰ ਕਿੰਨੀ ਵਾਰੀ ਤੁਹਾਡੇ ਕੋਲ ਆਉਣਾ ਪੈਂਦਾ ਉਸ ਪਰਸਨ ਨੂੰ ਜਿਹੜਾ ਕੋਈ ਵੀ ਮੈਂਟਲ ਹੈਲਥ ਤੋਂ ਗੁਜ਼ਰ ਰਿਹਾ ਜਾਂ ਫੈਮਿਲੀ 'ਚ ਜਿਵੇਂ ਮੈਰਿਜ ਦੇ ਵਿੱਚ ਕਈ ਵਾਰੀ ਪ੍ਰੋਬਲਮਸ ਆ ਜਾਂਦੀਆਂ, ਅਬਿਊਸਿਵ ਮੈਰਿਜ ਨੂੰ ਤੁਸੀਂ ਫੇਸ ਕਰ ਰਹੇ ਹੋ ਜਾਂ ਘਰ ਦੇ ਹੋਰ ਰਿਸ਼ਤੇ ਨਾਤੇ ਜਿਹੜੇ ਤੁਹਾਨੂੰ ਪਰੇਸ਼ਾਨ ਕਰ ਰਿਹਾ, ਮੈਂਟਲੀ ਟੌਰਚਰ ਕਰ ਰਿਹਾ ਤੁਹਾਨੂੰ। ਕਈ ਵਾਰੀ ਕੀ ਹੁੰਦਾ ਕਿ ਫਿਜ਼ੀਕਲੀ ਅਸੀਂ ਸਾਡੇ ਮੈਂਬਰ ਸਾਨੂੰ ਟੌਰਚਰ ਨਹੀਂ ਕਰਦੇ, ਬਟ ਕਈ ਵਾਰੀ ਉਹ ਸਾਨੂੰ ਮੈਂਟਲੀ ਟੌਰਚਰ ਕਰਦੇ ਆ ਜਿਹੜੇ ਕਿ ਸਾਡੀ ਰੂਹ ਨੂੰ ਕਿਤੇ ਨਾ ਕਿਤੇ ਉਹ ਕਾਇਲ ਸਾਡਾ ਕਰਦੇ ਆ, ਸੈਲਫ ਵਰਥ ਖਰਾਬ ਕਰ ਦਿੰਦੇ ਆ। ਹਾਂ ਸਾਡਾ ਕੌਨਫੀਡੈਂਸ ਨੂੰ ਉਹ ਲੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਡਿਸਕਰੇਜ ਕਰਨ ਦੀ ਕੋਸ਼ਿਸ਼ ਕਰਦੇ ਆ, ਰਾਈਟ। ਸੋ ਕਿੰਨੀਆਂ ਸਿਟਿੰਗਸ ਹੁੰਦੀਆਂ ਔਰ ਕਿੱਦਾਂ ਦਾ ਪ੍ਰੋਸੀਜਰ ਹੈਗਾ? ਐਕਚੁਅਲੀ ਹੁਣ ਜਿਹੜੇ ਤੁਸੀਂ ਕੁਐਸਚਨ ਕੀਤਾ ਉਹਦੇ 3 ਹਿੱਸੇ ਬਣ ਜਾਂਦੇ ਆ। ਸਿਟਿੰਗ ਵਾਲਾ ਹਿੱਸਾ ਸਭ ਤੋਂ ਐਂਡ ਵਿੱਚ ਆਏਗਾ। Okay. ਉਸ ਤੋਂ ਪਹਿਲਾਂ ਆ ਜਾਂਦਾ ਹੈ ਕਿ ਤੁਸੀਂ ਜਿਹੜੀ ਪ੍ਰੋਬਲਮ ਦੀ ਗੱਲ ਕਰ ਰਹੇ ਹੋ ਨਾ, ਹਾਂਜੀ ਇਸ ਪ੍ਰੋਬਲਮ ਦਾ ਇੱਕ ਨਾਮ ਹੈ। ਓਕੇ ਇਹ ਹੈਗੀ ਹੈ ਨਾਰਸਿਸਿਜ਼ਮ ਅਬਿਊਜ਼ ਜਾਂ ਨਾਰਸਿਸਿਸਟ ਅਬਿਊਜ਼। ਓਕੇ ਨਾਰਸਿਸਿਸਟ ਪਰਸਨੈਲਿਟੀਜ਼ ਜਿਹੜੀਆਂ ਹੈਗੀਆਂ ਨੇ, ਇਹ ਅਜਿਹੇ ਲੋਕੀ ਨੇ ਜਿਹੜੇ ਨਿਹਾਇਤ ਖੁਦਗਰਜ਼ ਹੁੰਦੇ ਨੇ। ਇਹਨਾਂ ਨੂੰ ਆਪਣੇ ਆਪ ਤੋਂ ਇਲਾਵਾ ਕੋਈ ਹੋਰ ਨਜ਼ਰ ਨਹੀਂ ਆਉਂਦਾ। ਬਿਲਕੁਲ ਇਟਸ ਲਾਈਕ ਅਗਰ ਰੋਟੀ ਪਈ ਹੋਏਗੀ ਨਾ, ਇਹਨਾਂ ਨੇ ਪਹਿਲਾਂ ਆਪਣਾ ਢਿੱਡ ਭਰਨਾ, ਭਾਵੇਂ ਇਹਨਾਂ ਦੇ ਬੱਚੇ ਵੀ ਬੈਠੇ ਹੋਣਗੇ, ਇਹਨਾਂ ਨੇ ਬੱਚੇ ਨੂੰ ਨਹੀਂ ਪੁੱਛਣਾ, ਪਹਿਲਾਂ ਆਪਣਾ ਢਿੱਡ ਭਰ ਲੈਣਾ, ਉਸ ਤੋਂ ਬਾਅਦ ਸੋਚਣਗੇ ਅੱਛਾ ਤੈਨੂੰ ਚਾਹੀਦਾ ਸੀ, ਮੰਗ ਲੈਣਾ ਸੀ, ਤੂੰ ਮੈਨੂੰ ਕਿਹਾ ਨਹੀਂ, ਪੁੱਛ ਲੈਣਾ ਸੀ, ਤੂੰ ਮੈਨੂੰ ਕਹਿ ਦੇਣਾ ਸੀ। ਹਾਂ ਯੂ نو ਯੈਸ। ਹੁਣ ਇੱਕ ਚੀਜ਼ ਹੁੰਦੀ ਹੈ ਕਰਨੀ, ਇੱਕ ਹੁੰਦੀ ਹੈ ਨਾਮ ਵਾਸਤੇ ਕਰਨੀ। ਜੇ ਕੋਈ ਤੁਹਾਡੇ ਸਾਹਮਣੇ ਨਾਮ ਵਾਸਤੇ ਕਰਦਾ ਪਿਆ, ਇਟ ਮੀਨਸ ਦੈਟ ਪਰਸਨ ਇਜ਼ ਅਬਿਊਜ਼ਿੰਗ ਯੂ, ਟ੍ਰਾਈਂਗ ਟੂ ਮੈਨੀਪੂਲੇਟ ਯੂ। ਮੈਨੀਪੂਲੇਸ਼ਨ ਜਿਹੜੀ ਹੈ ਇਹ ਵੀ ਅਬਿਊਜ਼ ਹੈ। ਅਬਿਊਜ਼ ਹੈ। ਜਿਹੜੇ ਸਾਡੇ ਪੰਜਾਬੀ ਘਰ ਨੇ ਬਹੁਤੇ, ਉਹਨਾਂ ਦੇ ਵਿੱਚ ਇਹ ਅਬਿਊਜ਼ ਬਹੁਤ ਜ਼ਿਆਦਾ ਹੈ। ਜਿਵੇਂ ਤੁਸੀਂ ਗੱਲ ਕੀਤੀ ਸੀ ਸੈਲਫ ਵਰਥ ਨੂੰ ਖਰਾਬ ਕਰਨਾ, ਬਹੁਤ ਜ਼ਿਆਦਾ, ਕਿ ਆਪਾਂ ਕਿਸੇ ਨੂੰ ਤੋੜਨ ਲਈ ਉਹਨੂੰ ਕੁੱਟਣਾ ਮਾਰਨਾ ਜ਼ਰੂਰੀ ਨਹੀਂ ਇਕੱਲਾ ਹੁੰਦਾ। ਜਾਂ ਕਈ ਵਾਰੀ ਮੈਂ ਇਦਾਂ ਵੀ ਦੇਖਿਆ ਹੈਪੀ ਕਿ ਕਈ ਡਬਲ ਫੇਸ ਕਹਿ ਲਓ ਕਿ ਫੈਮਿਲੀ ਮੈਂਬਰ ਹੁੰਦੇ ਆ
ਜਿਹੜੇ ਉਹਦਾ ਕਹਿਣਗੇ ਮੈਂ ਤੇਰੇ ਨਾਲ ਆ, ਪਰ ਜਦੋਂ ਤੁਹਾਨੂੰ ਜ਼ਰੂਰਤ ਪਈ ਹੈ, ਤੁਹਾਡੇ ਤੇ ਕੋਈ ਇਦਾਂ ਦੀ ਸਿਚੁਏਸ਼ਨ ਆਈ ਹੈ ਜਾਂ ਤੁਹਾਨੂੰ ਕੋਈ ਥਰਡ ਪਰਸਨ ਫੈਮਿਲੀ ਦਾ ਅਬਿਊਜ਼ ਕਰ ਰਿਹਾ ਹੈ ਬਿਨਾਂ ਮਤਲਬ ਦੇ, ਐਂਡ ਉਹ ਪਰਸਨ ਜਿਹੜਾ ਤੁਹਾਡਾ ਆਪਣਾ ਕਲੋਜ਼ ਹੈ, ਚਾਹੇ ਉਹ ਹਸਬੈਂਡ ਹੈ ਜਾਂ ਕੋਈ ਵੀ ਹੈ, ਉਹ ਚੁੱਪਚਾਪ ਬੈਠਾ ਦੇਖ ਰਿਹਾ ਜਾਂ ਸੁਣ ਰਿਹਾ ਹੈ, ਉਹ ਥਰਡ ਪਰਸਨ ਨੂੰ ਮਤਲਬ ਜੇ ਸਪੋਜ਼ ਤੁਹਾਡਾ ਉਹ ਹਸਬੈਂਡ ਹੈ ਤੇ ਉਹਨੂੰ ਤੁਹਾਡੇ ਹਰ ਦੁੱਖ ਦਰਦ ਦੀ ਚਿੰਤਾ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਉਹ ਆਪ ਕੁਝ ਕਹਿ ਲੇ ਕੋਈ ਗੱਲ ਨਹੀਂ, ਬਟ ਤੀਸਰਾ ਪਰਸਨ ਜਦੋਂ ਤੁਹਾਨੂੰ ਕਹਿੰਦਾ ਤੇ ਉਹਨੂੰ ਇੰਨੀ ਹੋਣੀ ਚਾਹੀਦੀ ਹੈ ਕਿ ਨਹੀਂ ਇਹ ਵਾਈ ਹੀ ਇਜ਼ ਸੇਇੰਗ ਬੈਡ ਅਬਾਊਟ ਮਾਈ ਵਾਈਫ, ਉਹ ਟੋਕਨ ਜੋਗਾ ਹੋਣਾ ਚਾਹੀਦਾ ਹੈ, ਰਾਈਟ। ਪਰ ਜਿਹੜੇ ਇਹ ਲੋਕੀ ਗੱਲ ਕਰਦੇ ਹੁੰਦੇ ਨੇ, ਇਹਨਾਂ ਦੇ ਵਾਸਤੇ ਇੱਕ ਵਰਡ ਹੈਗਾ, ਉਹ ਵਰਡ ਹੈਗਾ ਫਲਾਈਂਗ ਮੰਕੀ। ਫਲਾਈਂਗ ਮੰਕੀ, ਅੱਛਾ, ਕਿਉਂਕਿ ਮੈਂ ਐਕਚੁਅਲੀ ਨਾ ਆਪਾਂ ਇੱਕ ਗੱਲ ਤੇ ਭੁੱਲ ਹੀ ਗਏ ਕਿ 21 ਡੇਜ਼ ਟੂ ਹੈਪੀਨੈਸ ਆਈ ਕਿੱਦਾਂ ਸੀ। ਹਾਂ, 21 ਡੇਜ਼ ਟੂ ਹੈਪੀਨੈਸ ਐਕਚੁਅਲੀ ਸ਼ੁਰੂ ਹੋਇਆ ਸੀ, ਮੈਂ ਐਕਚੁਅਲੀ ਆਈ ਵਾਸ ਇਨ ਅ ਅਬਿਊਸਿਵ ਮੈਰਿਜ। ਓਕੇ, ਤੁਸੀਂ ਗੱਲ ਕਰਦੇ ਪਏ ਸੀ ਕਿ abuse ਕੱਲਾ ਮੈਂਟਲ ਹੁੰਦਾ ਹੈ, and unfortunately I have gone through physical abuse, I have gone through financial abuse, I have gone through mental abuse, I have gone through emotional abuse। and ਆਮ ਤੌਰ ਤੇ ਉਹ ਲੋਕੀ ਇਹਨਾਂ abuse 'ਚ ਜਾਂਦੇ ਜਿਹੜੇ ਲੋਕੀ ਬਹੁਤ ਚੰਗੇ ਦਿਲ ਦੇ ਹੁੰਦੇ, ਕਾਈਂਡ ਹੁੰਦੇ ਨੇ। that's true। ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਮੁਸ਼ਕਿਲ 'ਚ ਲੰਘੇ ਆ, ਇਹਨਾਂ ਨੂੰ ਹੈਲਪ ਦੀ ਲੋੜ ਹੈ, ਆਪਾਂ ਇਹਨਾਂ ਦੀ ਹੈਲਪ ਕਰੀਏ। ਹਾਂ, ਆਪਾਂ ਹਰ ਚੀਜ਼ ਉਸ ਪਰਸਪੈਕਟਿਵ ਤੋਂ ਦੇਖਦੇ ਹਾਂ। ਬਿਲਕੁਲ, ਸਾਨੂੰ ਹਰ ਚੀਜ਼ ਦੇ ਵਿੱਚ ਹੋਪ ਹੁੰਦੀ ਹੈ ਕਿ ਚੰਗਾ ਕਰੀਏ, ਚੰਗਾ ਹੋ ਜਾਏਗਾ। ਜਿਹੜੀ ਇਹ ਹੋਪ ਹੈ ਸਾਨੂੰ, ਇਹ ਐਕਚੁਅਲੀ ਅਬਿਊਜ਼ ਦੇ ਵਾਸਤੇ ਲਿਟਰਲੀ ਆਪਾਂ ਪਲੇਟਸ ਪਾ ਕੇ ਬੈਠ ਜਾਂਦੇ ਹਾਂ ਕਿ ਓਕੇ ਸਾਨੂੰ ਆ ਕੇ ਅਬਿਊਜ਼ ਕਰ ਲਓ, ਆ ਜੁੱਤੀ ਸਾਡੀ ਹੈ, ਸਾਨੂੰ ਮਾਰ ਦਿਓ। ਔਰ ਕਈ ਲੇਡੀਜ਼ ਨੂੰ ਇਹ ਚੀਜ਼ਾਂ ਪਤਾ ਵੀ ਨਹੀਂ ਹੈ ਕਿ ਮੈਂਟਲੀ ਅਬਿਊਜ਼ ਵੀ ਹੁੰਦਾ ਹੈ ਕੁਝ, ਜਾਂ ਇਦਾਂ ਵੀ ਹੁੰਦਾ, ਰਾਈਟ। ਔਰ ਕਾਫੀ ਲੇਡੀਜ਼ ਇਸ ਅਬਿਊਜ਼ ਨੂੰ, ਅਬਿਊਸਿਵ ਨੇਚਰ ਨੂੰ ਸਹਿੰਦੀਆਂ ਰਹਿੰਦੀਆਂ, ਵਾਈ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੇਰੇ ਪੇਰੈਂਟਸ ਨਹੀਂ ਹੈਗੇ, ਕਿਸੇ ਨੇ ਮੇਰਾ ਸਾਥ ਨਹੀਂ ਦੇਣਾ, ਮੈਂ ਇਕੱਲੀ ਮੰਨਣਾ ਹੀ ਨਹੀਂ। ਹਾਂ, ਕੋਈ ਮੰਨਦਾ ਹੀ ਨਹੀਂ ਕਿ ਇਮੋਸ਼ਨਲ ਅਬਿਊਜ਼ ਕੋਈ ਚੀਜ਼ ਵੀ ਹੈ, ਕੋਈ ਮੰਨਦਾ ਹੀ ਨਹੀਂ ਫਾਈਨੈਂਸ਼ੀਅਲ ਅਬਿਊਜ਼ ਵੀ ਹੈਗੀ ਹੈ। ਯੂ ਨੋ, ਸਭ ਤੋਂ ਵੱਡੀ ਗੱਲ ਤੇ ਹੈ ਕਿ ਮੈਂਟਲ ਅਬਿਊਜ਼ ਨੂੰ ਤੇ ਕੋਈ ਮੈਂਟਲ ਅਬਿਊਜ਼ ਮੰਨਦਾ ਹੀ ਨਹੀਂ। ਅਗਲਾ ਕਹਿੰਦਾ ਲੈ ਚੰਗੀ ਭਲੀ ਖਾਂਦੀ ਹੈ, ਕੱਪੜੇ ਪਾਉਂਦੀ ਹੈ, ਹਾਂ, ਤਾਂ ਕਿਉਂ ਵੈਸੇ ਘਰ ਵਾਲੇ ਨੇ ਕਹਿ ਦਿੱਤਾ। ਪਰ ਇਹ ਨਹੀਂ ਪਤਾ ਕਿ ਜਿਹੜੀ ਇੱਜ਼ਤ ਹੁੰਦੀ ਹੈ, ਇੱਜ਼ਤ ਇੱਕ ਐਸੀ ਚੀਜ਼ ਹੈ ਜਿਸ ਤੋਂ ਬਿਨਾਂ ਜ਼ਿੰਦਗੀ ਜੀਵੀ ਨਹੀਂ ਜਾ ਸਕਦੀ। ਜੇ ਆਪਾਂ ਨਾ ਇਸ ਚੀਜ਼ ਨੂੰ ਵੀ ਗੋ ਬੈਕ, ਜਦੋਂ ਆਪਣਾ ਇੰਡੀਆ ਗੁਲਾਮ ਸੀ, ਆਪਾਂ ਪੰਜਾਬੀਆਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ, ਕਿਉਂ? ਭਗਤ ਸਿੰਘ ਕਿਉਂ ਕੁਰਬਾਨ ਹੋ ਗਿਆ? ਇੱਜ਼ਤ ਵਾਸਤੇ। ਜੇ ਉਹ ਲੋਕ ਆਪਣੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਸ਼ਹੀਦੀ ਦੇ ਸਕਦੇ ਆ, ਅਸੀਂ ਤਾਂ ਸਿਰਫ ਆਪਣੀ ਜ਼ਿੰਦਗੀ, ਆਪਣੀ ਖੁਸ਼ੀ ਜਾਂ whatever you wanna say, you wanna just say। ਇਹ ਵੀ ਨਹੀਂ ਹੈ ਕਿ ਤੁਸੀਂ ਕੋਈ ਘਰੋਂ ਬਾਹਰ ਨਿਕਲ ਕੇ ਤੁਸੀਂ ਕਿਤੇ ਸੜਕ ਦੇ ਉੱਪਰ ਜਾ ਕੇ ਕੁਝ ਡਾਂਸ ਕਰਨਾ ਆ, ਹਾਂਜੀ, ਠੀਕ ਹੈ, ਜਾਂ ਤੁਸੀਂ ਘਰ ਤੋੜਨ ਚੱਲੇ ਹੋ, ਘਰ ਨੂੰ ਅੱਗ ਲਾਉਣ ਚੱਲੇ ਹੋ ਨਾ, ਤੁਸੀਂ ਤਾਂ ਸਿਰਫ ਇਹ ਕਹਿੰਦੇ ਹੋ ਕਿ ਮੈਂ ਇੱਥੇ ਹਾਂ, ਮੇਰੀ ਪ੍ਰੈਜ਼ੈਂਸ ਐਕਨੋਲੇਜ ਕਰੋ, ਰਿਸਪੈਕਟ ਮੀ ਦ ਵੇ ਆਈ ਐਮ। ਯੂ ਨੋ, ਅਬਿਊਜ਼ਿੰਗ ਐਨੀਬਾਡੀ। ਤੁਸੀਂ ਆਪਣਾ ਪੂਰਾ ਦਾ ਪੂਰਾ ਤਨ ਮਨ ਧਨ ਘਰ ਦੇ ਵਿੱਚ ਲਗਾਇਆ ਹੋਇਆ, all you're expecting from the other person is they are doing the same। ਜੇ ਉਹ ਤੁਹਾਡੀਆਂ ਐਫਰਟਸ ਨੂੰ ਸਿਰਫ ਖਾਈ ਜਾ ਰਹੇ ਤੇ ਉਸ ਬਾਅਦ ਤਾਂ ਨਿੰਦੀ ਜਾ ਰਹੇ ਹੈ, that's abuse। ਠੀਕ ਹੈ ਨਾ। ਔਰ ਇਹ ਹੈਗੀ ਹੈ, ਇਹਨੂੰ ਆਪਾਂ ਨਾਰਸਿਸਿਜ਼ਮ ਅਬਿਊਜ਼ ਕਹਿ ਦਿੰਦੇ ਆ, ਜਿਹੜੀਆਂ ਜਨਾਨੀਆਂ ਵੀ ਕਰਦੀਆਂ, ਬੰਦੇ ਵੀ ਕਰਦੇ ਐਕਚੁਅਲੀ, ਦੋਨੋਂ ਪਾਸੇ ਹੁੰਦੇ ਆ ਜੀ। ਔਰ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤੀਆਂ ਔਰਤਾਂ ਨੂੰ ਪਤਾ ਨਹੀਂ ਹੁੰਦਾ ਅਬਿਊਜ਼ ਕੀ ਚੱਲ ਰਹੀ ਹੈ, ਉਹ ਹੁੰਦਾ ਫਿਰ ਕੀ ਹੈ, ਮਾਈਗ੍ਰੇਨ ਸ਼ੁਰੂ ਹੋ ਜਾਂਦੇ ਆ, ਯੂਟਰਸ ਦੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ, ਪੀਰੀਅਡਸ ਦੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ, ਮੈਨੋਪੌਜ਼ ਬਹੁਤ ਜਲਦੀ ਹੋ ਜਾਂਦਾ ਹੈ, ਦੈਨ ਉਹਨਾਂ ਦੇ ਜਿਹੜੇ ਹੈਗੇ ਨੇ ਆਈਸਾਈਟ, ਦੰਦਾਂ ਦੀ ਪ੍ਰੋਬਲਮ ਆ ਜਾਂਦੀਆਂ, ਬਹੁਤਿਆਂ ਨੂੰ ਜਿਹੜੇ ਆਹ ਸੁਣਨਾ ਖਰਾਬ ਹੁੰਦਾ, ਇਹ ਸ਼ੁਰੂ ਹੋ ਜਾਂਦਾ। ਇਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ, ਇਹ ਤਾਂ ਹੁੰਦੀਆਂ ਕਿਉਂਕਿ ਆਪਾਂ ਆਪਣਾ ਨੂੰ ਬੰਦ ਕਰਨਾ ਸ਼ੁਰੂ ਕਰ ਦਿੰਦੇ ਹਾਂ। ਦ ਮੋਰ ਵੀ ਗੋਣਾ ਕੀਪ ਔਨ ਕਲੋਜ਼ਿੰਗ ਅਸ ਆਫ, ਇਹ ਸਾਰਾ ਇਵੇਂ ਹੋਣ ਲੱਗ ਪੈਂਦਾ। ਜਿਵੇਂ ਡਿਪਰੈਸ਼ਨ ਕੀ ਹੈਗਾ? ਡਿਪਰੈਸ਼ਨ ਇਜ਼ ਸਮਥਿੰਗ ਦੈਟ ਇਜ਼ ਜਸਟ ਹੋਲਡਿੰਗ ਯੂ ਟਾਈਟ ਸੋ ਮਚ ਕਿ ਤੁਹਾਡਾ ਸਾਹ ਆਉਣਾ ਬੰਦ ਹੋ ਗਿਆ। ਬਿਲਕੁਲ, ਠੀਕ ਹੈ ਨਾ। ਕਾਲਾ ਇੱਕ ਜਾਲਾ ਸੀ ਤੁਹਾਡੇ ਦਿਲ ਦੇ ਆਲੇ ਦੁਆਲੇ ਪਿਆ, ਉਹਨੇ ਦਿਲ ਨੂੰ ਘੁੱਟ ਕੇ ਫੜ ਲਿਆ। ਹੁਣ ਦਿਲ ਦਾ ਕੰਮ ਤੇ ਹੈਗਾ ਕਿ ਇਹਨੂੰ ਫਲਰਿਸ਼ ਕਰੇ, ਆਪਣੇ ਹੱਥ 'ਚ ਇਦਾਂ ਹੋਵੇ, ਇਹ ਜੀਵੇ। ਜੇ ਆਪਾਂ ਨੂੰ ਘੁੱਟ ਕੇ ਇਦਾਂ ਫੜ ਲਿਆ, ਉਹ ਤਾਂ ਸਟਰਗਲ ਕਰ ਰਿਹਾ ਸਾਹ ਲੈਣ ਵਾਸਤੇ, ਹੈ ਨਾ। ਜਿੱਥੇ ਆਪਾਂ ਨੂੰ ਸਰਵਾਈਵਲ ਹੋ ਗਈ ਸਾਹ ਲੈਣ ਦੀ, ਉੱਥੇ ਮੈਂਟਲ ਹੈਲਥ ਕਿੱਥੋਂ ਸੋਚਾਂਗੇ ਆਪਾਂ। ਬਟ ਇੱਕ ਇਮੋਸ਼ਨਲੀ ਸਟਰੋਂਗ ਕਰਨਾ ਆਪਣੇ ਆਪ ਨੂੰ ਬਹੁਤ ਜ਼ਰੂਰੀ ਹੈ, ਜਿਹੜਾ ਕਿ ਵੂਮਨਸ ਦੇ ਵਿੱਚ ਬਹੁਤ ਘੱਟ ਹੁੰਦਾ ਹੈ। ਮੈਨਸ ਫਿਰ ਵੀ ਸਟਰੋਂਗ ਹੁੰਦੇ ਆ, ਬਟ ਵੂਮਨਸ ਜਿਹੜੀਆਂ ਹੁੰਦੀਆਂ ਉਹ ਜਦੋਂ ਵੀ ਇਹ ਚੀਜ਼ ਸੋਚਦੀਆਂ ਕਿ ਹਾਂ ਮੈਨੂੰ ਅਬਿਊਜ਼ ਕੀਤਾ ਜਾ ਰਿਹਾ ਤੇ ਮੈਂ ਖੁੱਲ ਕੇ ਹੱਸਣਾ ਚਾਹੁੰਦੀ ਹਾਂ, ਖੁੱਲ ਕੇ ਆਪਣੀ ਲਾਈਫ ਨੂੰ ਇੰਜੋਏ ਕਰਨਾ ਚਾਹੁੰਦੀ ਹਾਂ, ਬਟ ਫਿਰ ਉਹਨੂੰ ਦੂਜੇ ਪਾਸੇ ਦਿਸਦਾ ਕਿ ਮੇਰੇ ਪੇਰੈਂਟਸ ਨਹੀਂ ਹੈਗੇ ਜਾਂ ਕੋਈ ਵੀ ਮੈਨੂੰ ਹੈਲਪ ਕਰਨ ਲਈ ਨਹੀਂ ਹੈਗਾ, ਜੇ ਮੈਂ ਇਕੱਲੀ ਰਹਿ ਗਈ ਮੈਂ ਸਰਵਾਈਵ ਕਿੱਦਾਂ ਕਰਾਂਗੀ, ਬੱਚਿਆਂ ਨੂੰ ਕਿੱਦਾਂ ਸਾਂਭਾਂਗੀ, ਆਪਣੇ ਆਪ ਨੂੰ ਕਿੱਦਾਂ ਸਾਂਭਾਂਗੀ, ਰਾਈਟ। ਇਹ ਚੀਜ਼ਾਂ ਜਿਹੜੀਆਂ ਉਹਨੂੰ ਰੋਕ ਦਿੰਦੀਆਂ। In that case, I will say, look at me. I have nobody.
ਠੀਕ ਹੈ ਨਾ। ਪਰ ਇੱਕ ਚੀਜ਼ ਨੇ, ਜਦੋਂ ਵਾਹਿਗੁਰੂ ਹੈਗਾ ਤੁਹਾਡੇ ਨਾਲ, ਫਿਰ ਵਾਹਿਗੁਰੂ ਕਹਿ ਲਈਏ, ਭਗਵਾਨ ਕਹਿ ਲਈਏ, ਹੈ ਨਾ, anything that gives you your that place peace in your heart, ਠੀਕ ਹੈ। ਜਿਹੜੀ ਵੀ ਚੀਜ਼ ਆਪਾਂ ਨੂੰ ਦਿੰਦੀ ਹੈ, ਜਦੋਂ ਆਪਣੇ ਨਾਲ ਵਾਹਿਗੁਰੂ ਹੈਗਾ ਜਾਂ ਅਸੀਂ ਆਪਣੇ ਆਪ ਨਾਲ ਖੜੇ ਹਾਂ, ਉਸ ਵੇਲੇ ਇੱਕ ਚੀਜ਼ ਯਾਦ ਰੱਖਣੀ ਹੈਗੀ ਹੈ ਕਿ ਕੋਈ ਵੀ ਆ ਕੇ ਤੁਹਾਨੂੰ ਕੀ ਕਹਿ ਰਿਹਾ ਹੈ, ਤੁਹਾਡੇ ਬਾਰੇ ਕੀ ਕਹਿ ਰਿਹਾ ਹੈ, ਆਪਾਂ ਉਸ ਚੀਜ਼ ਦੀ ਕੇਅਰ ਨਹੀਂ ਕਰਨੀ। ਰੀਜ਼ਨ ਬੀਇੰਗ, as long as we know who we are, you know, ਸਾਨੂੰ ਜਦੋਂ ਸਾਡਾ ਆਪਣਾ ਪਤਾ ਹੈ, ਸਾਨੂੰ ਸਾਡਾ ਸੈਲਫ ਵਰਥ ਪਤਾ ਹੈ, ਉਸ ਵੇਲੇ ਡਜ਼ਨਟ ਮੈਟਰ ਕੋਈ ਆ ਕੇ ਤੁਹਾਨੂੰ ਕੀ ਕਹਿ ਰਿਹਾ, ਤੁਹਾਨੂੰ ਐਕਚੁਅਲੀ ਆਨਸਰ ਕਰਨ ਦੀ ਲੋੜ ਨਹੀਂ। ਬਹੁਤ ਨਾਟ ਜਸਟ ਬਹੁਤ ਸਮਾਂ ਹਮੇਸ਼ਾ ਇਹ ਹੁੰਦਾ ਕਿ ਜਦੋਂ ਕੋਈ ਇਹੋ ਜਿਹਾ ਕੰਮ ਕਰ ਰਿਹਾ, ਅਗਰ ਅਸੀਂ ਵੀ ਜਸਟ ਲੀਵ ਇਟ ਐਂਡ ਲੈਟ ਇਟ ਬੀ, ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਆਪੇ ਚਪੇੜ ਵੱਜ ਜਾਂਦੀ ਰਾਈਮ ਆਉਂਦੀ। ਜਿਹੜਾ ਮੁਹਾਵਰਾ ਹੈਗਾ ਨਾ, ਚੰਨ ਤੇ ਥੁੱਕਿਆ ਆਪਣੇ ਮੂੰਹ ਤੇ ਪੈਂਦਾ, ਹਾਂਜੀ ਹਾਂਜੀ, ਉਹ ਚੰਨ ਐਕਚੁਅਲੀ ਇਟਸ ਨਾਟ ਐਗਜ਼ੈਕਟਲੀ ਚੰਦਰਮਾ, ਇਟਸ ਲਾਈਕ ਐਨੀਬਾਡੀ ਹੂਜ਼ ਅਹੈਡ ਆਫ ਯੂ, ਇਫ ਯੂ ਆਰ ਟਰਾਈਂਗ ਟੂ ਇਨਸਲਟ them ਔਰ ਡੂ ਬੈਡ ਸਟਫ ਟੂ them, ਉਹ ਤੇ ਅੱਗੇ ਵੱਧ ਗਏ, ਹਾਂਜੀ, ਤੁਸੀਂ ਪਿੱਛੇ ਖੜੇ ਹੋ, ਉਹਨਾਂ ਬਾਰੇ ਮਾੜਾ ਬੋਲ ਰਹੇ ਹੋ, all you're doing is actually getting them more fame. ਓਕੇ, ਵਾਹਿਗੁਰੂ ਤੁਹਾਡਾ ਭਲਾ ਕਰੇ। ਸਹੀ ਗੱਲ ਹੈ। ਸੋ ਤੁਸੀਂ ਕੈਨੇਡਾ ਕਦੋਂ ਆਏ? ਲਾਈਕ ਤੁਸੀਂ ਸੋਚਿਆ ਸੀ ਕਿ ਮੈਂ ਇੱਕ ਲਾਈਫ ਕੋਚ ਬਣਾ ਜਾਂ ਮੈਂ ਥੈਰੇਪਿਸਟ ਬਣਾ? ਐਕਚੁਅਲ ਚ ਡ੍ਰੀਮ ਕੀ ਸੀ ਔਰ ਕਿੱਦਾਂ ਦੀ ਜਰਨੀ ਰਹੀ ਸ਼ੁਰੂਆਤ ਦੀ ਤੁਹਾਡੀ? ਐਕਚੁਅਲ ਦੇ ਵਿੱਚ ਡ੍ਰੀਮ, ਆਈ ਗੈਸ ਐਕਚੁਅਲ ਡ੍ਰੀਮ ਤੇ ਸੀ ਲਾਇਰ ਬਣਨ ਦਾ। ਯੂ ਨੋ, that was my one and all dream, reason being the way I will talk, the way I can convince anybody anything. तो कितने साल हो गए कनाडा जाए? ਕੈਨੇਡਾ ਦੇ ਵਿੱਚ ਆਇਆ ਆਲਮੋਸਟ 20 ਸਾਲ ਹੋ ਗਏ ਹੋਏ ਨੇ। 20 ਸਾਲ, ਠੀਕ ਹੈ। ਸੋ ਜਿਹੜਾ ਮੈਂ ਜਿਹੜਾ ਲਾਇਰ ਦੀ ਗੱਲ ਕੀਤੀ, ਐਡਵੋਕੇਟ, ਹੁਣ ਮੈਂ ਸੋਚਦੀ ਰਹੀ ਕਿ ਮੈਂ ਲਾਇਰ ਬਣਨਾ, ਯੂ ਨੋ, ਡ੍ਰੀਮ ਉਹ ਸੀ। ਹੁਣ ਜਾ ਕੇ ਅਹਿਸਾਸ ਹੋਇਆ ਕਿ ਐਕਚੁਅਲੀ ਵਾਹਿਗੁਰੂ ਨੇ ਮੈਨੂੰ ਐਡਵੋਕੇਟ ਬਣਾਉਣਾ ਸੀ। ਐਡਵੋਕੇਟ ਮੀਨਸ ਯੂ ਕੈਨ ਬੀ ਦ ਵੌਇਸ ਆਫ ਦੋਜ਼ ਹੂ ਡਜ਼ਨਟ ਹੈਵ ਦ ਵੌਇਸ। ਲਾਇਰ ਵੀ ਤਾਂ ਇਹ ਕੰਮ ਕਰਦਾ ਨਾ, ਆਪਣੇ ਜਿਹੜੇ ਹੈਗੇ ਨੇ ਉਹਨਾਂ ਦੇ ਕਲਾਇੰਟਸ, ਉਹਨਾਂ ਦੀ ਜ਼ੁਬਾਨ ਹੁੰਦਾ। ਸੋ ਇਨਸਟੈਡ ਆਫ ਡੂਇੰਗ ਦੈਟ ਲਾਅ ਥਿੰਗ, ਮੈਂ ਅੱਜ ਜਦੋਂ ਮੈਂਟਲ ਹੈਲਥ ਵਾਲੇ ਪਾਸੇ ਹੈਗੀ ਹਾਂ ਤਾਂ ਮੈਂ ਮੈਂਟਲ ਹੈਲਥ ਐਡਵੋਕੇਟ ਹਾਂ। ਮੈਂ ਨਾ ਸਿਰਫ ਮੈਂਟਲ ਹੈਲਥ ਨਾਲ ਰਿਲੇਟਡ ਪ੍ਰੋਬਲਮਸ ਦੇ ਬਾਰੇ ਵਿੱਚ ਗੱਲ ਕਰਦੀ ਹਾਂ, ਲਾਈਵਸ ਕਰਦੀ ਹਾਂ, ਇਹਦੇ ਬਾਰੇ ਵਿੱਚ ਲਿਖਦੀ ਹਾਂ। ਇਸ ਵੇਲੇ ਮੈਂ ਇੱਕ ਮੇਰੀ ਬੁੱਕ ਹੈਗੀ ਹੈ, ਇਟਸ ਆਲਰੇਡੀ ਬੀਨ ਡਨ, ਪਬਲਿਸ਼ ਹੋਣ ਦੇ ਕਗਾਰ ਤੇ, ਪਰ ਮੈਂ ਉਹਨੂੰ ਪਬਲਿਸ਼ ਇਸ ਲਈ ਨਹੀਂ ਸਿਰਫ ਕਰਾਇਆ, ਮੈਨੂੰ ਇਹ ਸੀ ਕਿ ਉਹਦਾ ਇੰਗਲਿਸ਼ ਵਰਜ਼ਨ ਤੇ ਪੰਜਾਬੀ ਵਰਜ਼ਨ ਇਕੱਠੇ ਆਉਣ। ਸੋ ਇਸ ਵੇਲੇ ਮੈਂ ਉਹਦਾ ਪੰਜਾਬੀ ਵਰਜ਼ਨ ਫਿਨਿਸ਼ ਕਰ ਰਹੀ ਹਾਂ, ਆਲਮੋਸਟ 45% ਹੋ ਗਿਆ ਹੋਇਆ। ਕੀ ਨਾਮ ਹੋਏਗਾ ਉਸ ਬੁੱਕ ਦਾ? 21 Days to Happiness। 21 Days to Happiness, ਯਾ 21 ਦਿਨਾਂ ਵਿੱਚ ਆਤਮ ਪ੍ਰਸੰਨਤਾ, ਇਹ ਦੋਨਾਂ ਬੁੱਕਸ ਦਾ ਹੈਗਾ ਆ। ਓਕੇ, ਯਾ, ਸੋ ਦੈਟ ਇਜ਼ ਦ ਗੋਲ। ਔਰ ਜਿਹੜਾ ਐਡਵੋਕੇਟ ਹੋਣਾ, ਜਿਵੇਂ ਮੈਂ ਗੱਲ ਕਰਦੀ ਪਈ ਸੀ, ਇਹਦੇ ਵਿੱਚ ਕੀ ਹੈਗਾ ਕਿ ਅਸੀਂ ਮੇਕ ਸ਼ੋਰ ਇਹ ਕਰਨਾ ਕਿ ਜਿਹੜੀਆਂ ਚੀਜ਼ਾਂ ਜਾਂ ਜਿਹੜੀਆਂ ਚੀਜ਼ਾਂ ਅਸੀਂ ਬਚਪਨ ਦੇ ਵਿੱਚ ਮਿਸ ਕਰ ਗਏ, ਉਹਨਾਂ ਨੂੰ ਅਸੀਂ ਹੁਣ ਨਾ ਮਿਸ ਕਰੀਏ, ਅਸੀਂ ਆਪਣੇ ਬੱਚਿਆਂ ਦੇ ਵਿੱਚ ਮਿਸ ਨਾ ਕਰੀਏ। ਔਰ ਜਿਵੇਂ ਤੁਸੀਂ ਹੁਣੇ ਗੱਲ ਕਰਦੇ ਪਏ ਸੀ ਕਿ ਕਈ ਔਰਤਾਂ ਡਰ ਜਾਂਦੀਆਂ, ਰਹਿ ਜਾਂਦੀਆਂ ਕਿ ਉਹਨਾਂ ਕੋਲ ਸਪੋਰਟ ਨਹੀਂ ਹੁੰਦੀ। ਹਾਂਜੀ, ਇਨ ਦੈਟ ਕੇਸ I want you to know ਕਿ 21 Days to Happiness ਹਰ ਉਸ ਔਰਤ, ਮਰਦ ਜਾਂ ਬੱਚੇ ਦੇ ਵਾਸਤੇ ਅਵੇਲੇਬਲ ਹੈ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ, ਜਿਨ੍ਹਾਂ ਨੂੰ ਬੈਨੀਫਿਟਸ ਜਿਨ੍ਹਾਂ ਕੋਲ ਨਹੀਂ ਹੈਗੇ ਪਰ ਥੈਰੇਪੀ ਦੀ ਜ਼ਰੂਰਤ ਹੈਗੀ ਹੈ। ਵਾਹਿਗੁਰੂ ਦਾ ਦਿੱਤਾ ਮੇਰੇ ਕੋਲ ਇੰਨਾ ਕੁ ਹੈਗਾ ਕਿ ਮੈਂ ਇਸ ਕੰਮ ਨੂੰ ਆਪਣੇ ਲਾਈਫ ਪਰਪਸ ਵਾਂਗੂ ਕਰ ਸਕਦੀ ਹਾਂ। ਔਰ ਇਸ ਵਾਸਤੇ ਅਗਰ ਤੁਹਾਨੂੰ 21 Days to Happiness ਦੀ ਜ਼ਰੂਰਤ ਹੈਗੀ ਹੈ ਤੇ ਤੁਹਾਨੂੰ ਇਹ ਹੈਲਪ ਪੂਰੀ ਤਰ੍ਹਾਂ ਮਿਲੇਗੀ। ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਤੁਹਾਡੇ ਕੋਲ ਬੈਨੀਫਿਟਸ ਨਹੀਂ ਹੈਗੇ, ਤੁਸੀਂ ਪੇ ਨਹੀਂ ਕਰ ਸਕਦੇ ਜਾਂ ਤੁਹਾਨੂੰ ਸਪੋਰਟ ਨਹੀਂ ਮਿਲੇਗੀ। ਨੋ, ਤੁਹਾਨੂੰ ਜਿੰਨੇ ਵੀ ਸੈਸ਼ਨ ਚਾਹੀਦੇ ਹੋਣਗੇ ਆਪਣੇ ਆਪ ਨੂੰ ਬਿਲਡ ਕਰਨ ਦੇ ਵਾਸਤੇ, ਕਿਉਂਕਿ ਤੁਸੀਂ ਆਪਣੇ ਆਪ ਨੂੰ ਬਿਲਡ ਕਰਨਾ ਹੈ। ਆਪਣੇ ਆਪ ਨੂੰ ਬਿਲਡ ਕਰਦਿਆਂ